ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸੰਗਤ ਜਾਣਦੀ ਹੈ ਕਿ ਪਿਛਲੇ ਦਿਨੀ ਗੁਰਦੁਆਰਾ ਖਿਚੜੀ ਸਾਹਿਬ ਇਤਿਹਾਸਿਕ ਸਥਾਨ ਹੈ 6ਵੇਂ ਪਾਤਸ਼ਾਹੀ ਅਤੇ 9ਵੇਂ ਪਾਤਸ਼ਾਹੀ। ਸੋ ਉਸ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਪਿਛਲੇ ਦਿਨੀ ਪ੍ਰਬੰਧਕ ਅਤੇ ਪੁਲਿਸ ਦੇ ਵਿਚਾਲੇ ਜਿਹੜਾ ਝਗੜਾ ਹੋਣ ਕਰਕੇ ਗੁਰਦੁਆਰਾ ਸਾਹਿਬ ਦਾ ਜਿਹੜਾ ਸਮੁੱਚਾ ਪ੍ਰਬੰਧ ਹੈ, ਚਾਹੇ ਉਹ ਲੰਗਰ ਦਾ ਪ੍ਰਬੰਧ ਹੈ, ਉਹ ਸਾਰਾ ਜਿਹੜਾ ਉਹ ਬੰਦ ਪਿਆ ਹੈ। ਔਰ ਉਸ ਸਥਾਨ 'ਤੇ ਜਿਹੜਾ ਇੱਕ ਸਿੰਘ ਹੈ ਉਹ ਨਿਤਨੇਮ ਵਾਸਤੇ ਸਵੇਰੇ ਤੇ ਸ਼ਾਮੀ ਜਾਂਦਾ ਹੈ ਅਤੇ ਦਿਨੇ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਿੰਦਾ ਲੱਗਿਆ ਹੁੰਦਾ। ਸੋ ਉਸ ਗੱਲ ਨਾਲ ਸੰਬੰਧਿਤ ਗੁਰਦੁਆਰਾ ਬਲਵੇੜਾ ਵਿਖੇ ਅੱਜ ਸਮੂਹ ਸੰਗਤ ਜਿਹੜੀ ਇਕੱਠੀ ਹੋਈ ਹੈ, ਉਹਨਾਂ ਨੇ ਇਕੱਤਰਤਾ ਕਰਕੇ ਇੱਥੇ ਮਤਾ ਪਾਸ ਕੀਤਾ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਸੁਚਾਰੂ ਢੰਗ ਨਾਲ ਚੱਲਣਾ ਚਾਹੀਦਾ ਔਰ ਜਿਹੜਾ ਲੰਗਰ ਦਾ ਪ੍ਰਬੰਧ ਹੈ ਉਹ ਵੀ ਸੁਚਾਰੂ ਢੰਗ ਨਾਲ ਜਿਹੜਾ ਚੱਲਣਾ ਚਾਹੀਦਾ। ਸੋ ਇਸ ਵੇਲੇ ਅਸੀਂ ਤੁਹਾਨੂੰ ਸੰਗਤਾਂ ਦੇ ਵਿਚਾਰ ਆ ਜਿਹੜੇ ਉਹ ਕਿ ਕਿਸ ਸੰਬੰਧ ਨਾਲ ਜਿਹੜੀ ਆ ਸੰਗਤ ਅੱਜ ਇੱਥੇ ਇਕੱਠ ਹੋਇਆ ਔਰ ਕਿਸ ਸੰਬੰਧਿਤ ਇਹਨਾਂ ਨੇ ਜਿਹੜੀ ਇਕੱਤਰਤਾ ਕੀਤੀ ਹੈ। ਸੋ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਇੱਥੋਂ ਦੇ ਜਥੇਦਾਰ ਜੀ, ਜਥੇਦਾਰ ਮੋਹਨ ਸਿੰਘ ਜੀ ਕਰਤਾਰਪੁਰ। ਹਾਂਜੀ ਸਿੰਘ ਸਾਹਿਬ, ਕਿਸ ਸੰਬੰਧ 'ਚ ਅੱਜ ਇੱਥੇ ਇਕੱਤਰਤਾ ਹੋਈ ਹੈ ਜੀ? ਅੱਜ ਜਿਹੜੀ ਇਕੱਤਰਤਾ ਹੋਈ ਆ ਸਾਰੇ 20-25 ਪਿੰਡਾਂ ਦੇ ਸਾਰੇ ਜਿਹੜੇ ਗਿਣਵੇਂ ਬੰਦੇ ਜਿਨ੍ਹਾਂ ਦੀਆਂ ਭਾਵਨਾਵਾਂ ਗੁਰਦੁਆਰਾ ਖਿਚੜੀ ਸਾਹਿਬ ਨਾਲ ਜੁੜੀਆਂ ਹੋਈਆਂ ਨੇ, ਉਹ ਸਾਰੇ ਮਹਿਸੂਸ ਕਰਦੇ ਨੇ ਕਿ ਇੱਥੇ ਜਿਹੜਾ ਆਜ਼ਾਦੀ ਮਾਨ ਮਰਿਆਦਾ ਬੰਦ ਹੋਈ ਪਈ ਆ, ਸਾਰੇ ਲੋਕਾਂ ਦੀਆਂ ਭਾਵਨਾਵਾਂ ਇਹ ਗੁਰਦੁਆਰਾ ਸਾਹਿਬ ਨਾਲ ਜੁੜੀਆਂ, ਉਹ ਉਸੇ ਤਰ੍ਹਾਂ ਬਹਾਲ ਹੋਣੀਆਂ ਚਾਹੀਦੀਆਂ। ਇਸ ਕਰਕੇ ਇਕੱਤਰਤਾ ਵੀ ਇਹ ਪ੍ਰਸ਼ਾਸਨ ਨੂੰ ਵੀ ਆਉਂਦੇ ਆ ਅਤੇ ਅਸੀਂ ਇਲਾਕੇ ਦੇ ਲੋਕਾਂ ਨੂੰ ਵੀ ਇਹ ਗੱਲ ਕਹਿੰਦੇ ਹਾਂ ਵੀ ਇਹ ਸਾਰੇ ਇਕੱਤਰ ਹੋ ਕੇ ਅਤੇ ਸਾਰਾ ਜਿਹੜਾ ਮਾਹੌਲ ਜਿਸ ਤਰ੍ਹਾਂ ਦਾ ਪਹਿਲਾਂ ਉਸ ਤਰ੍ਹਾਂ ਬਣੇ, ਲੰਗਰ ਚਾਲੂ ਹੋਵੇ। ਗੁਰਦੁਆਰਾ ਸਾਹਿਬ ਜਿਹੜਾ ਉਹ ਹਰ ਵਕਤ ਖੁੱਲ੍ਹਾ ਰਹਿਣਾ ਚਾਹੀਦਾ ਹੈ, ਉਹ ਸਵੇਰ ਤੋਂ ਸ਼ਾਮ ਤੱਕ ਬੰਦ ਹੁੰਦਾ, ਜਿੰਦਾ ਲੱਗਾ ਹੁੰਦਾ ਹੈ। ਇਸ ਕਰਕੇ ਸਾਡੀਆਂ ਭਾਵਨਾਵਾਂ ਨੂੰ ਬੜੀ ਠੇਸ ਪਹੁੰਚੀ ਹੈ। ਇਸ ਕਰਕੇ ਅਸੀਂ ਇਲਾਕਾ ਅੱਜ ਇਕੱਠੇ ਹੋਏ ਹਾਂ। ਅਸੀਂ ਪ੍ਰਸ਼ਾਸਨ ਨੂੰ, DC ਸਾਹਿਬ ਨੂੰ, SSP ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜਿਹੜੀਆਂ ਭਾਵਨਾਵਾਂ ਸਾਡੀਆਂ ਸਿੱਖਾਂ ਦੀਆਂ ਇਹ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੋਈਆਂ, ਇਹਨੂੰ ਦੁਬਾਰਾ ਉਸੇ ਤਰ੍ਹਾਂ ਬਹਾਲ ਕੀਤਾ ਜਾਵੇ ਤਾਂ ਕਿ ਸਾਰੇ ਸਿੱਖਾਂ ਦਾ ਜਿਹੜਾ ਮਨ ਸ਼ਾਂਤ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇੱਕ ਸਿੰਘ ਸਾਹਿਬ ਮੈਂ ਹੋਰ ਪੁੱਛਣਾ ਸੀਗਾ ਵੀ ਜਿਵੇਂ ਕਿ ਪ੍ਰਸ਼ਾਸਨ ਵੱਲੋਂ ਸਿਰਫ ਇੱਕ ਬੰਦਾ ਉੱਥੇ ਪ੍ਰਬੰਧ ਲਈ ਲਾਇਆ ਗਿਆ ਅਤੇ ਇੱਕ ਬੰਦੇ ਵੱਲੋਂ ਪ੍ਰਬੰਧ ਚਲਾਉਣਾ, ਤੁਸੀਂ ਕਿੰਨਾ ਕੁ ਸੋਚ ਸਕਦੇ ਹੋ ਕਿ ਕਿਵੇਂ ਚੱਲੂਗਾ ਇੱਕ ਬੰਦੇ ਨਾਲ ਪ੍ਰਬੰਧ? ਇੱਥੇ ਇੱਕ ਬੰਦੇ ਦੀ ਪ੍ਰਬੰਧ ਦੀ ਗੱਲ ਨਹੀਂ, ਉੱਥੇ ਤੇ ਦਰਬਾਰ ਸਾਹਿਬ ਹਰ ਵਕਤ ਖੁੱਲ੍ਹਾ ਰਹਿਣਾ ਚਾਹੀਦਾ। ਘੱਟੋ ਘੱਟ 5-7 ਸਿੰਘ ਰਹਿਣੇ ਚਾਹੀਦੇ ਆ। ਗੁਰਦੁਆਰਾ ਸਾਹਿਬ ਬੜਾ ਸਤਿਕਾਰਯੋਗ ਨੇ, ਬੜੀਆਂ ਭਾਵਨਾਵਾਂ ਜੁੜੀਆਂ ਲੋਕਾਂ ਨੇ 30 ਸਾਲ ਤੋਂ। ਸੋ ਉਹ ਗੁਰਦੁਆਰਾ ਸਾਹਿਬ ਅਸੀਂ ਤਾਂ ਇਸ ਤਰ੍ਹਾਂ ਖੁੱਲ੍ਹਾ ਰਹਿਣਾ ਚਾਹੀਦਾ। ਉੱਥੇ ਸੰਗਤਾਂ ਆਈ ਜਾਣ ਜਾਈ ਜਾਣ, 24 ਘੰਟੇ ਦਰਬਾਰ ਖੁੱਲ੍ਹਾ, ਜਿਹੜਾ ਜਿੰਦਾ ਲਾ ਕੇ ਚਲੇ ਜਾਂਦੇ। ਸਾਡੇ ਭਾਵਨਾ ਨੂੰ ਬੜੀ ਠੇਸ ਪਹੁੰਚ ਰਹੀ ਆ। ਅਸੀਂ ਤਾਂ ਦੁਆਰਾ ਇਹੋ ਜਾਂਦੇ ਵੀ ਇੱਥੇ ਘੱਟੋ ਘੱਟ 10 ਸਿੰਘ ਰਹਿਣੇ ਚਾਹੀਦੇ ਆ ਅਤੇ ਇਹ ਪ੍ਰਸ਼ਾਸਨ ਨੂੰ ਨਹੀਂ ਇਹਦੇ ਵਿੱਚ ਕੋਈ ਡੱਕਾ ਬਣਨਾ ਚਾਹੀਦਾ। ਇਹ ਸਿੱਖਾਂ ਦੀਆਂ ਭਾਵਨਾ ਨਾਲ ਗੱਲ ਜੁੜੀ ਹੋਈ ਆ, ਇਲਾਕੇ ਦੇ ਨਾਲ ਭਾਵਨਾ ਨਾਲ ਜੁੜੀ ਹੋਈ ਗੱਲ। 30 ਪਿੰਡਾਂ ਦੇ ਲੋਕ ਜਿਹੜੇ ਇੱਥੇ ਆ ਕੇ ਰੋਜ਼ ਮੱਥਾ ਟੇਕ ਕੇ ਜਾਂਦੇ ਨੇ, ਉਹ ਆਪਣੀਆਂ ਸੁੱਖਣਾ ਪੂਰੀਆਂ ਕਰਦੇ ਨੇ। ਸੋ ਇਹ ਗੱਲ ਜਿਹੜੀ ਆ ਸਾਰੇ ਇਲਾਕੇ ਦੇ ਲੋਕਾਂ ਦੀ ਮੰਗ ਆ ਜਿਹੜੀ ਮੈਂ ਕਹਿ ਰਿਹਾ ਜੀ। ਇੱਕ ਹੋਰ ਛੋਟਾ ਜਿਹਾ ਸਵਾਲ ਹੋਰ ਸੀਗਾ ਕਿ ਉਸ ਵੇਲੇ ਜਿਵੇਂ ਕਿ ਵੱਡੇ ਵੱਡੇ ਚੈਨਲਾਂ ਨੇ ਇਹ ਦਿਖਾਇਆ ਗਿਆ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਨਾਲ ਕੋਈ ਸੰਬੰਧ ਨਹੀਂ। ਇਤਿਹਾਸ ਬਾਰੇ ਕੀ ਕਹੋਗੇ ਤੁਸੀਂ? ਇਤਿਹਾਸ ਵਾਲਾ ਜਿਹੜਾ ਉਹ ਜਿਹੜੇ ਚੈਨਲਾਂ ਨੂੰ ਕੀ ਪਤਾ ਇਤਿਹਾਸ? ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉੱਥੇ 10 ਪਾਤਸ਼ਾਹੀਆਂ, ਸਾਰੇ ਭਗਤ, ਸਾਰਾ ਕੁਝ ਉੱਥੇ। ਗੁਰੂ ਨਾਨਕ ਪਾਤਸ਼ਾਹ ਉੱਥੇ 24 ਘੰਟੇ ਪ੍ਰਕਾਸ਼ ਨੇ। ਇਹ ਗੁਰਦੁਆਰਾ 9ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਦਾ ਸਥਾਨ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉੱਥੇ ਕਿਹੜੀ ਕਮੀ ਰਹਿ ਜਾਂਦੀ ਆ? ਕੋਈ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ। ਚੈਨਲ ਵਾਲਿਆਂ ਨੂੰ ਆਪਣੇ ਆਪ 'ਤੇ ਜੋ ਮਰਜ਼ੀ ਬੋਲੀ ਜਾਣ। ਉਹ ਬੜਾ ਸਤਿਕਾਰਯੋਗ ਜਗ੍ਹਾ, ਲੋਕਾਂ ਦੀਆਂ ਭਾਵਨਾ ਨਾਲ ਜੁੜਿਆ ਹੋਇਆ ਹੈ। 9ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਉੱਥੇ ਚਰਨ ਛੋਹ ਧਰਤੀ ਹੈ। ਘਰਿਆਲੀ ਸਾਹਿਬ ਤੋਂ 1 ਕਿਲੋਮੀਟਰ ਦੀ ਵਿਸਤੇ ਤੇ ਗੁਰਦੁਆਰਾ ਸਾਹਿਬ ਆ। ਇਸ ਇਲਾਕੇ 'ਚ ਗੁਰੂ ਸਾਹਿਬ ਬੜਾ ਲੰਮਾ ਟਾਈਮ ਰਹੇ, ਗੁਰੂ 6ਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ। ਚੈਨਲ ਵਾਲਿਆਂ ਨੂੰ ਕੀ ਪਤਾ, ਸਾਨੂੰ ਪਤਾ ਵੀ ਉਹ ਇਤਿਹਾਸ ਕਿੱਡਾ ਕੁ ਵੱਡਾ, ਬਹੁਤ ਵੱਡਾ ਇਤਿਹਾਸ ਆ। ਜਿਵੇਂ ਕਿ ਅਸੀਂ ਵੀ ਛੋਟੇ ਹੁੰਦੇ ਉੱਥੋਂ ਦੇਖਦੇ ਆ ਰਹੇ ਹਾਂ ਕਿ ਜਿਸ ਸਥਾਨ 'ਤੇ ਚਰਨ ਛੋਹ ਪ੍ਰਾਪਤ ਗੁਰੂ ਸਾਹਿਬ ਜਿਸ ਅਸਥਾਨ 'ਤੇ ਬੈਠੇ ਸੀ, ਉਸ ਅਸਥਾਨ ਨੂੰ ਚਾਹੇ ਅਸਥਾਨ ਬਣਨ ਤੋਂ ਪਹਿਲਾਂ ਵੀ ਕਦੇ ਜ਼ਮੀਨ ਵਾਸਤੇ ਜਿਹੜਾ ਵਾਇਆ ਨਹੀਂ ਸੀ ਜਾਂਦਾ, ਵਰਤਿਆ ਨਹੀਂ ਸੀ ਜਾਂਦਾ। ਉਹ ਜਿਹੜੀ ਜਗ੍ਹਾ ਹੈ ਉਹ ਉਸੇ ਤਰ੍ਹਾਂ ਜਿਹੜੀ ਅਸੀਂ ਵੀ ਦੇਖੀ ਆ ਉੱਥੇ। ਉਹ ਜਗ੍ਹਾ ਤੇ ਸਨ 47 ਤੋਂ ਪਹਿਲਾਂ ਦੀ ਇਸ ਤਰ੍ਹਾਂ ਹੀ ਪਈ ਆ। ਸਨ 59-60 ਵਿੱਚ ਮਰਬੇਬੰਦੀ ਹੋਈ, ਉਦੋਂ ਵੀ ਜਗ੍ਹਾ ਉੱਦਾਂ ਹੀ ਪਈ ਸੀ। ਉਹ ਜਗ੍ਹਾ ਛੱਡੀ ਹੋਈ ਸੀ, ਉਹ ਜਗ੍ਹਾ ਪਹਿਲਾਂ ਤੋਂ ਛੱਡੀ ਹੋਈ ਹੈ। ਠੀਕ ਆ, ਉਸ ਸਮੇਂ ਦੇ ਲੋਕਾਂ ਨਹੀਂ ਦਰਬਾਰ ਬਣਾ ਸਕੇ, ਟਾਈਮ ਨਹੀਂ ਬਣਦੇ। ਇੱਕ ਕਮਰਾ ਹੁੰਦਾ ਸੀ ਘਰਿਆਲੀ ਸਾਹਿਬ, ਪਹਿਲਾਂ ਉਹ ਕਾਰ ਸੇਵਾ ਵਾਲੇ ਦਰਬਾਰ ਬਣਿਆ, ਉਹ ਵੀ ਹੁਣ ਕਿੱਡਾ ਵੱਡਾ ਦਰਬਾਰ ਹੈ। ਇੱਕੋ ਕਮਰਾ ਹੁੰਦਾ ਸੀ, ਇੱਥੇ ਨਹੀਂ ਬਣ ਸਕਿਆ। ਪਰ ਗੁਰਦੁਆਰਾ ਸਤਿਕਾਰਯੋਗ ਜਗ੍ਹਾ ਆ। ਇਹ ਪਹਿਲਾਂ ਤੋਂ ਪਈ ਆ। 59-60 ਵਿੱਚ ਅਸੀਂ ਵੇਖਦੇ ਨੇ ਮਰਬੇਬੰਦੀ ਹੋਈ ਆ, ਉਹਨਾਂ ਨੇ ਵੀ ਜਗ੍ਹਾ ਵੱਖਰੀ ਛੱਡ ਦਿੱਤੀ, ਇੱਦਾਂ ਹੀ ਪਈ ਸੀ। ਤੋਂ ਇਹਨਾਂ ਸੰਤਾਂ ਨੇ ਜਿਹੜੀ ਆਪਣੇ ਬਾਬਾ ਬਲਵਿੰਦਰ ਸਿੰਘ ਨੇ ਅਗਵਾਈ ਕਰਕੇ ਬਣਾਈ। ਇਲਾਕੇ ਦੇ ਸੰਗਤਾਂ ਨੇ ਸਾਰਿਆਂ ਨੇ ਮਦਦ ਕੀਤੀ, ਮੇਲਾਂ ਦਿੱਤੀਆਂ। ਹੋਰ ਕੋਈ ਇੱਕ ਪੈਸੇ ਨਾਲ ਤਾਂ ਨਹੀਂ ਬਣ ਗਿਆ, ਸੰਗਤਾਂ ਦੇ ਪੈਸੇ ਦੇ ਸਹਿਯੋਗ ਨਾਲ ਉਹ ਸਾਰਾ ਦਰਬਾਰ ਬਣਿਆ ਹੈ ਜੀ। ਇੱਕ ਹੋਰ ਹੈ ਜਿਹੜੀ ਗੱਲ ਵੀ ਲੰਗਰ ਦਾ, ਜਿਹੜੀ ਲੰਗਰ ਦੀ ਮਰਿਆਦਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਹੈ, ਅਤੇ ਉਹਨੂੰ ਬੰਦ ਕਰਨਾ ਤੁਸੀਂ ਕਿਵੇਂ ਸੋਚਦੇ ਹੋ? ਜੋ ਸ਼ੁਰੂਆਤ ਤੋਂ ਹੀ ਲੰਗਰ ਬੰਦ ਨਹੀਂ ਸੀ ਹੋਣਾ ਚਾਹੀਦਾ।
ਇੱਕ ਤੇ ਲੰਗਰ ਵੀ ਬੰਦ ਹੋਇਆ। ਬੜੀ ਇਹ ਵੀ ਜਿਹੜੀ ਗੱਲ ਹੈ ਬੜੀ ਮੰਦਭਾਗੀ ਗੱਲ ਆ ਕਿ ਗੁਰੂ ਨਾਨਕ ਦਾ ਜਿੱਥੇ ਪ੍ਰਕਾਸ਼ ਹੋਵੇ ਉੱਥੇ ਲੰਗਰ ਨਾ ਹੋਵੇ। ਫਿਰ ਉਹ ਗੁਰਦੁਆਰਾ ਸਾਹਿਬ ਨੂੰ ਜਿੰਦਾ ਲੱਗਾ ਸੀ ਤੇ ਦੋਵੇਂ ਗੱਲਾਂ ਤਿੰਨੇ ਜਿੰਨੀਆਂ ਵੀ ਘਟਨਾਵਾਂ ਸਾਰੀਆਂ ਹੀ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜ ਰਹੀ ਆ। ਲੰਗਰ ਵੀ ਬੰਦ ਨਹੀਂ ਹੋਣਾ ਚਾਹੀਦਾ ਤੇ ਦਰਬਾਰ ਸਾਹਿਬ ਵੀ ਨਹੀਂ ਬੰਦ ਹੋਣਾ ਚਾਹੀਦਾ ਜੀ। ਅਸੀਂ ਇੱਕ ਹੋਰ ਵੀਰ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਹਾਂ, ਜਿਵੇਂ ਕਿ ਸਮੂਹ ਨੇੜੇ ਤੇੜੇ ਦੇ ਪਿੰਡਾਂ ਦੀ ਸੰਗਤ ਇੱਥੇ ਪਹੁੰਚੀ ਆ। ਹਾਂਜੀ ਵੀਰ ਜੀ, ਕੀ ਨਾਮ ਹੈ ਤੁਹਾਡਾ ਜੀ? ਗੁਰਦਰਸ਼ਨ ਸਿੰਘ ਗਾਂਧੀ, ਪਿੰਡ ਨਾਨਸੂ। ਹਾਂਜੀ, ਆਪਣਾ ਜਿਹੜੀ ਇਹ ਸੰਗਤ ਅੱਜ ਇੱਥੇ ਇਕੱਤਰ ਹੋਈ ਆ, ਕਿਸ ਸੰਬੰਧ ਨਾਲ ਕਿਸ ਸੰਬੰਧਿਤ ਵਿਸ਼ੇ ਨਾਲ ਇੱਥੇ ਤੁਸੀਂ ਇਕੱਠੇ ਹੋਏ ਹੋ ਅੱਜ? ਇਹ ਗੁਰਦੁਆਰਾ ਖਿਚੜੀ ਸਾਹਿਬ, ਜੋ ਕਿ ਪਿਛਲੇ ਸਮੇਂ ਥੋੜਾ ਜਿਹਾ ਬਾਬਾ ਬਲਵਿੰਦਰ ਸਿੰਘ ਜੀ ਨਾਲ ਵਿਵਾਦ ਜਿਹਾ ਚੱਲ ਰਿਹਾ ਸੀ, ਉਹਦੇ ਸੰਬੰਧ ਦੇ ਵਿੱਚ ਇੱਥੋਂ ਸੰਗਤ ਐਸਐਸਪੀ ਸਾਹਿਬ ਨੂੰ ਵੀ ਮਿਲਣ ਗਈ ਸੀਗੀ, ਕਿਉਂਕਿ ਜੋ ਪ੍ਰਬੰਧ ਹੈ ਖਿਚੜੀ ਸਾਹਿਬ ਦਾ ਗੁਰੂ ਘਰ ਦਾ, ਉਹ ਬਹੁਤ ਉਦੋਂ ਦਾ ਹੀ ਬੰਦ ਪਿਆ ਹੈ ਜਦੋਂ ਦਾ ਵਿਵਾਦ ਚੱਲ ਰਿਹਾ ਹੈ। ਉੱਥੇ ਇੱਕ ਸਿੰਘ ਹੀ ਸੇਵਾ ਕਰ ਰਿਹਾ ਹੈ, ਜਦ ਕਿ ਮਰਿਆਦਾ ਅਨੁਸਾਰ ਇੱਕ ਸਿੰਘ ਸੇਵਾ ਨਹੀਂ ਕਰ ਸਕਦਾ। ਸੁਖਾਸਣ ਵੀ ਕਰਨਾ ਸਿੰਘ ਨੇ ਤੇ ਪ੍ਰਕਾਸ਼ ਵੀ ਕਰਨਾ ਹੈ। ਤੇ ਉੱਥੇ ਨਾ ਕੋਈ ਗੁਰੂ ਘਰ ਦੇ ਵਿੱਚ ਲੰਗਰ ਦੀ ਪਰੰਪਰਾ ਹੈ, ਉਹ ਵੀ ਬੰਦ ਪਈ ਆ। ਦਰਬਾਰ ਸਾਹਿਬ ਵੀ ਸਵੇਰੇ ਸ਼ਾਮ ਹੀ ਖੁੱਲ੍ਹਦਾ ਹੈ, ਸਾਰਾ ਦਿਨ ਦਰਬਾਰ ਸਾਹਿਬ ਬੰਦ ਰਹਿੰਦਾ ਹੈ। ਉੱਥੇ ਡੰਗਰ ਨੇ, ਉਹ ਵੀ ਵਿਚਾਰੇ ਭੁੱਖੇ ਬਿਮਾਰ ਨੇ, ਕੋਈ ਨਾ ਕੋਈ ਆ ਕੇ ਸਿੰਘ ਸੇਵਾ ਕਰਦਾ ਹੈ ਨੇਰੇ ਸਵੇਰੇ। ਨਹੀਂ, ਬਹੁਤ ਬੁਰਾ ਹਾਲ ਹੈ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਤਾਂ ਸੰਗਤ ਨੇ ਅੱਜ ਇਹੀ ਬੇਨਤੀ ਕਰਦੇ ਹਾਂ, ਸੰਗਤ ਦੇ ਥਰੂ, ਤੁਹਾਡੇ ਚੈਨਲ ਦੇ ਥਰੂ ਵੀ ਇਹੀ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ, ਕਿਉਂਕਿ ਜੋ ਬਾਬਾ ਬਲਵਿੰਦਰ ਸਿੰਘ ਦਾ ਪਰਿਵਾਰ ਹੈ ਬਹੁਤ ਲੰਮੇ ਸਮਾਂ ਤੋਂ ਇੱਥੇ ਸੇਵਾ ਕਰ ਰਿਹਾ ਹੈ, ਉਸ ਪਰਿਵਾਰ ਨੂੰ ਹੀ ਇੱਥੇ ਜ਼ਿੰਮੇਵਾਰੀ ਸੰਭਾਈ ਜਾਵੇ, ਕਿਉਂਕਿ ਉਹ ਦਿਨ ਰਾਤ ਰਹਿ ਕੇ ਇੱਥੇ ਲੰਗਰ ਦਾ ਪ੍ਰਬੰਧ, ਜੋ ਡੰਗਰ ਪਸ਼ੂ ਸਾਰਾ ਦੇਖ ਰੇਖ ਕਰ ਸਕਦੇ ਨੇ। ਇਹੀ ਬੇਨਤੀਆਂ ਅਸੀਂ ਤੁਹਾਡੇ ਚੈਨਲ ਪ੍ਰਸ਼ਾਸਨ ਨੂੰ ਕਰਦੇ ਹਾਂ ਕਿ ਸਾਰਾ ਜੋ ਪ੍ਰਬੰਧ ਆ ਦੁਬਾਰਾ ਫੇਰ ਉਸ ਤਰ੍ਹਾਂ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ, ਆਪਣੇ ਵੱਡੇ ਵੀਰ ਜਸਵੀਰ ਸਿੰਘ ਜੀ, ਉਹਨਾਂ ਨਾਲ ਵੀ ਵਿਚਾਰ ਸਾਂਝੇ ਕਰਦੇ ਹਾਂ ਕਿ ਕੀ ਕਹਿਣਾ ਚਾਹੁੰਦੇ ਨੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ, ਕੀ ਕਿਸ ਸੰਬੰਧ ਨਾਲ ਜਿਹੜਾ ਇਕੱਠ ਹੋਇਆ ਸੀ ਅੱਜ ਜਿਹੜਾ ਗੁਰਦੁਆਰਾ ਬਲਵੇੜਾ ਸਾਹਿਬ ਦੇ ਇਲਾਕੇ ਦੇ ਸੰਗਤ ਦਾ ਇਕੱਠ ਹੋਇਆ। ਇਲਾਕੇ ਦੇ ਸਾਰੇ ਹੀ ਮੋਤਬਰ ਸੱਜਣ ਸਾਰੇ ਆਏ ਨੇ, ਐਕਸ ਸਰਪੰਚ, ਪੰਚ, ਜਥੇਦਾਰ ਸਾਰੇ ਹੀ ਨੇੜੇ ਤੇੜੇ ਤਕਰੀਬਨ 20-25 ਪਿੰਡਾਂ ਦੇ। ਇਹ ਇਸੇ ਹੀ ਮਨੋਰਥ ਕਰਕੇ ਆਏ ਨਹੀਂ ਕਿ ਜੋ ਵੀ ਇਤਿਹਾਸਕ ਅਸਥਾਨ ਗੁਰਦੁਆਰਾ ਖਿਚੜੀ ਸਾਹਿਬ ਆ, ਜਦੋਂ ਦਾ ਵੀ ਇੱਥੇ ਝਗੜਾ ਹੋਇਆ ਤਕਰੀਬਨ ਵਿਸਾਖੀ ਨੂੰ ਹੋਇਆ ਸੀਗਾ, ਵਿਸਾਖੀ ਤੋਂ ਲੈ ਕੇ ਅੱਜ ਤੱਕ ਉੱਥੇ ਦੇ ਜਿਹੜਾ ਪ੍ਰਬੰਧ ਆ ਉਹ ਬੰਦ ਪਿਆ। ਗੁਰੂ ਘਰ ਦਾ ਲੰਗਰ ਬੰਦ ਪਿਆ, ਜੋ ਕਿ ਜਿਹੜੀ ਇੱਥੇ ਅਸਥਾਨ ਨਾਲ ਸੰਗਤ ਦੀ ਆਸਥਾ ਜਿਹੜੀ ਬਹੁਤ ਜ਼ਿਆਦਾ ਜੁੜੀ ਹੋਈ ਆ ਇਤਿਹਾਸਕ ਸਥਾਨ ਕਰਕੇ। ਅੱਜ ਐਤਵਾਰ ਆ, ਜੇ ਤੁਸੀਂ ਅੱਜ ਵੀ ਜਾ ਕੇ ਦੇਖੋਗੇ ਤਕਰੀਬਨ 100-200 ਪਰਿਵਾਰ ਅੱਜ ਵੀ ਉੱਥੇ ਦਰਸ਼ਨ ਮੇਲੇ ਕਰਨ ਆਉਂਦੇ ਆ, ਦਰਸ਼ਨ ਦਿਦਾਰੇ। ਤੇ ਉੱਥੇ ਆਇਆ ਨੂੰ ਕੋਈ ਲੰਗਰ ਪਾਣੀ ਜਾਂ ਕੁਝ ਵੀ ਰਹਿਣ ਦਾ ਪ੍ਰਬੰਧ, ਤੇ ਇਸ ਕਰਕੇ ਲੋਕਾਂ ਦੇ ਜਿਹੜੀ ਸੰਗਤ ਦੇ ਮਨ ਦੀ ਜਿਹੜੀ ਆਸਥਾ ਉਹ ਬਹੁਤ ਜ਼ਿਆਦਾ ਮਨ ਨੂੰ ਠੇਸ ਪਹੁੰਚ ਰਹੀ ਹੈ। ਉਸ ਕਰਕੇ ਇਹ ਇਲਾਕੇ ਦਾ ਅੱਜ ਇਕੱਠ ਹੋਇਆ ਵੀ ਉਹੀ ਇੱਕ ਪੱਤਰ ਲਿਖਿਆ ਗਿਆ ਐਸਐਸਪੀ ਸਾਹਿਬ ਨੂੰ, ਜਿਹੜਾ ਦੇਣਾ ਕਿ ਜਿਹੜਾ ਉੱਥੇ ਦਾ ਪ੍ਰਬੰਧ ਆ ਉਹ ਘੱਟ ਤੋਂ ਘੱਟ ਵੀ 10 ਸਿੰਘ ਉੱਥੇ ਹੋਣੇ ਚਾਹੀਦੇ ਆ। ਪ੍ਰਬੰਧ ਡੰਗਰ ਵੀ ਨੇ, ਉੱਥੇ ਪਸ਼ੂ ਵੀ ਨੇ, ਲੰਗਰ ਬੰਦ ਆ। ਤੇ ਗੁਰੂ ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਵੀ ਇੱਕ ਸਿੰਘ ਆ ਸੇਵਾ ਕਰਕੇ ਆਂਦਾ, ਜਿਹੜਾ ਸਵੇਰੇ ਸ਼ਾਮ, ਤੇ ਉਹ ਵੀ ਘੰਟਾ ਕੁ ਸਵੇਰੇ ਦਾ ਨਿਤਨੇਮ ਆ ਤੇ ਘੰਟਾ ਕੁ ਸ਼ਾਮ ਦਾ ਨਿਤਨੇਮ ਕਰਕੇ ਆ ਜਾਂਦਾ। ਉਸ ਤੋਂ ਬਾਅਦ ਜਿਹੜਾ ਪੂਰੇ ਦਿਨ ਲਈ ਬੰਦ ਰਹਿੰਦਾ। ਇਸ ਕਰਕੇ ਜਿਹੜੀ ਸੰਗਤ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ ਇਹ ਸਾਰਾ ਅੱਜ ਇਕੱਠ ਹੋਇਆ, ਤਾਂ ਕਿ ਜਿਹੜੀ ਉਹ ਲੰਗਰ ਦੀ ਮਰਿਆਦਾ ਤੇ ਦਰਬਾਰ ਸਾਹਿਬ ਦੀ ਮਰਿਆਦਾ ਪ੍ਰੋਪਰ ਨਿਭਾਈ ਜਾਵੇ। ਤੇ ਇਲਾਕੇ ਦੀ ਸਾਰੀ ਸੰਗਤ ਦੀ ਇੱਕ ਹੋਰ ਵੀ ਮੰਗ ਆ ਵੀ ਬਾਬਾ ਜੀ ਦਾ ਬਲਵਿੰਦਰ ਸਿੰਘ ਦਾ ਜਿਹੜਾ ਪਰਿਵਾਰ ਆ ਉਹ ਅਮਰਗੜ੍ਹ ਰਹਿੰਦਾ, ਵੀ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਜਿਹੜੀ ਇਹ ਸੇਵਾ ਉਹਨਾਂ ਨੂੰ ਦਿੱਤੀ ਜਾਵੇ। ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੁਲਾ ਕੇ ਇੱਥੋਂ ਦਾ ਪ੍ਰਬੰਧ ਸਾਰਾ ਦਿੱਤਾ ਜਾਵੇ, ਤਾਂ ਕਿ ਜਿਹੜਾ ਆਈ ਹੋਈ ਸੰਗਤ ਦਾ ਤੇ ਪ੍ਰਬੰਧਕ ਦਾ ਸਹੀ ਤਰੀਕੇ ਨਾਲ ਚੱਲ ਸਕੇ। ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਪ੍ਰਸ਼ਾਸਨ ਵੱਲੋਂ ਗੁਰੂ ਘਰ ਦਾ ਜਿਹੜਾ ਲੰਗਰ ਆ ਉਹ ਬੰਦ ਕਰਨ ਦਾ ਜਿਹੜਾ ਫੈਸਲਾ ਸੀਗਾ, ਮਤਲਬ ਗੁਰੂ ਘਰ ਦਾ ਲੰਗਰ ਤਾਂ ਬੰਦ ਨਹੀਂ ਸੀ ਹੋਣਾ ਚਾਹੀਦਾ ਉਸ ਵੇਲੇ ਤੋਂ ਵੀ? ਬਿਲਕੁਲ ਸਹੀ ਗੱਲ ਆ, ਲੰਗਰ ਨਹੀਂ ਬੰਦ ਹੋਣਾ ਚਾਹੀਦਾ ਸੀਗਾ, ਪਰ ਜਿੰਨੇ ਵੀ ਉੱਥੇ ਸਿੰਘ ਸੀਗੇ ਸਾਰੇ ਤੇ ਪਰਚਾ ਹੋ ਗਿਆ ਸੀਗਾ, ਸਾਰੇ ਅਰੈਸਟ ਹੋ ਗਏ ਸੀਗੇ। ਉਸ ਤੋਂ ਬਾਅਦ ਤਾਂ ਫਿਰ ਇੱਕ ਸਿੰਘ ਹੀ ਲਾਇਆ ਸੀਗਾ ਪ੍ਰਸ਼ਾਸਨ ਨੇ ਜੀ। ਫਿਰ ਇੱਕ ਸਿੰਘ ਦੇ ਤਾਂ ਬਸ ਦੀ ਗੱਲ ਨਹੀਂ ਨਾ। ਨਹੀਂ, ਮਤਲਬ ਜਿਵੇਂ ਹੁਣ ਜਿਹੜਾ ਕੰਟਰੋਲ ਆ ਇਸ ਟਾਈਮ ਜਿਹੜਾ ਉਹ ਪ੍ਰਸ਼ਾਸਨ ਕੋਲ ਹੈ? ਬਿਲਕੁਲ ਪ੍ਰਸ਼ਾਸਨ ਕੋਲ ਹੀ ਆ ਕੰਟਰੋਲ। ਪ੍ਰਸ਼ਾਸਨ ਵੱਲੋਂ ਹੀ ਇੱਕ ਬੰਦਾ ਉੱਥੇ ਜਿਹੜਾ ਲਾਇਆ ਗਿਆ, ਜਿਹੜਾ ਉੱਥੇ ਦੇਖ ਰੇਖ ਆ ਪ੍ਰਸ਼ਾਸਨ ਦੀ ਹੈ ਜੀ।
ਇੱਕ ਹੋਰ ਇਹ ਗੱਲ ਆ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਇੱਕ ਬੰਦੇ ਵੱਲੋਂ ਜਿਹੜਾ ਇੱਕ ਸਿੰਘ ਲਾਇਆ ਗਿਆ, ਇੱਕ ਸਿੰਘ ਮਤਲਬ ਕਿਸ ਹਿਸਾਬ ਨਾਲ ਉਹ ਨਿਤਨੇਮ ਸਾਂਝ ਸਵੇਰ ਦਾ ਨਿਤਨੇਮ ਔਰ ਦਿਨੇ ਉਹਦਾ ਆਪਣਾ ਵੀ ਕਾਰੋਬਾਰ ਹੈ, ਕੰਮਕਾਰ ਹੈ, ਵੀ ਸੰਭਵ ਹੀ ਨਹੀਂ ਹੈਗਾ ਕਿ ਇੱਕ ਬੰਦੇ ਵੱਲੋਂ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚੱਲ ਸਕੇ। ਬਿਲਕੁਲ ਜੀ, ਇਹੀ ਸਾਰਾ ਕੁਝ ਦੇਖ ਕੇ ਉਹਨਾਂ ਤੋਂ ਦੇਖ ਰਹੇ ਹਾਂ, ਕਿਉਂਕਿ ਵਿਸਾਖੀ ਤੋਂ ਹੁਣ ਮੇਰੇ ਖਿਆਲ 4 ਮਹੀਨੇ ਸਾਰੇ ਹੋ ਗਏ ਆ। ਸੰਗਤ ਦੀਆਂ ਜਿਹੜੀਆਂ ਆਸਤਾਂ ਨੂੰ ਬਹੁਤ ਠੇਸ ਪਹੁੰਚ ਰਹੀ ਆ, ਉਸੇ ਕਰਕੇ ਅੱਜ ਜਿਹੜਾ ਇਹ ਸਾਰੇ ਗੁਰਸਿੱਖਾਂ ਦਾ ਇਕੱਠ ਹੋਇਆ ਤੇ ਉਹੀ ਮੰਗ ਕਰਕੇ ਚੱਲੇ ਆ ਪ੍ਰਸ਼ਾਸਨ ਕੋਲ ਜੀ। ਹੁਣ ਮੋਟੀ ਕੀ ਮੰਗ ਆ ਪ੍ਰਸ਼ਾਸਨ ਤੋਂ, ਕੀ ਚਾਹੁੰਦੀ ਆ ਸਾਧ ਸੰਗਤ ਸਾਰੀ? ਸੰਗਤ ਇਹੀ ਚਾਹੁੰਦੀ ਆ ਵੀ ਜਿਹੜਾ ਪਿੱਛੋਂ ਅੱਗੇ ਦੀ ਤਰ੍ਹਾਂ ਜਿਹੜਾ ਉੱਥੋਂ ਦਾ ਦਰਬਾਰ ਸਾਹਿਬ ਤੇ ਲੰਗਰ 24 ਘੰਟੇ ਚੱਲੇ, 24 ਘੰਟੇ ਲੰਗਰ ਚੱਲੇ ਤੇ 24 ਘੰਟੇ ਦਰਬਾਰ ਸਾਹਿਬ ਖੁੱਲ੍ਹਾ ਹੋਵੇ, ਤਾਂ ਵੀ ਆਂਦਾ ਜਾਂਦਾ ਕੋਈ ਵੀ ਰਾਹੀ ਜਾਂ ਉਹ ਦਰਸ਼ਨ ਮੇਲੇ ਕਰਨ ਵਾਲਾ ਜਿਹੜਾ ਉੱਥੋਂ ਨਿਰਾਸ਼ ਨਾ ਮੁੜੇ, ਲੋਕ ਲੱਗਿਆ ਨਾ ਮਿਲੇ ਉਹਨੂੰ ਦਰਬਾਰ ਸਾਹਿਬ ਦਾ, ਤੇ ਜਿਹੜਾ ਲੰਗਰ ਆ ਉਹ ਬੰਦ ਨਾ ਮਿਲੇ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਾਂਝ ਸਵੇਰੇ ਹੀ ਜਿਹੜਾ ਨਿਤਨੇਮ ਕਰਨ ਤੋਂ ਬਾਅਦ ਦਿਨੇ ਉੱਥੇ ਜਿੰਦਾ ਲੱਗਿਆ ਹੁੰਦਾ? ਬਿਲਕੁਲ ਜੀ, ਦਿਨੇ ਉੱਥੇ ਪ੍ਰੋਪਰ ਜਿੰਦਾ ਲੱਗਿਆ ਹੁੰਦਾ। ਕੱਲ ਵੀ ਜਿੰਦਾ ਲੱਗਿਆ ਸੀ, ਅੱਜ ਸ਼ਾਇਦ ਐਤਵਾਰ ਕਰਕੇ ਉਹ ਭਾਈ ਅੱਜ ਸ਼ਾਇਦ ਵਿਹਲਾ ਹੋਵੇ ਜਿਹਦੀ ਡਿਊਟੀ ਆ ਉੱਥੇ, ਕਿਉਂਕਿ ਉਹਦਾ ਆਪਣਾ ਵੀ ਕਾਰੋਬਾਰ ਆ। ਉਹ ਸਵੇਰੇ ਸ਼ਾਮ ਨਿਤਨੇਮ ਕਰਦਾ ਤੇ ਉਸ ਤੋਂ ਬਾਅਦ ਉਹ ਆਪਣਾ ਕੰਮਕਾਰ ਕਰਦਾ, ਨੌਕਰੀ ਪੇਸ਼ਾ ਕਰਦਾ, ਠੀਕ ਹੈ ਜੀ। ਇਸ ਕਰਕੇ ਉਹ ਦਿਨੇ ਨਹੀਂ ਹੁੰਦਾ। ਮਤਲਬ ਰਾਤ ਨੂੰ ਜਿਸ ਤਰ੍ਹਾਂ ਪਹਿਲਾਂ ਤਾਂ ਉੱਥੇ ਪੂਰਾ ਪ੍ਰਬੰਧ ਸੀਗਾ, ਬਾਬਾ ਜੀ ਉੱਥੇ ਰਹਿੰਦੇ ਸੀ, ਸੰਗਤ ਰਹਿੰਦੀ ਸੀ ਉੱਥੇ, ਵੀ ਰਾਤ ਨੂੰ ਮਤਲਬ ਇਸ ਟਾਈਮ ਉੱਥੇ ਕੋਈ ਵੀ ਨਹੀਂ ਹੁੰਦਾ ਫਿਰ? ਨਹੀਂ ਜੀ, ਰਾਤ ਨੂੰ ਇਸ ਟਾਈਮ ਉੱਥੇ ਕੋਈ ਨਹੀਂ ਹੁੰਦਾ ਜੀ। ਇਹ ਵੀ ਬਹੁਤ ਵੱਡੀ ਗੱਲ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕੀਤੀ ਸੀ। ਇੱਕ ਵਾਰੀ ਮੈਂ ਪਿਛਲੇ 2 ਹਫ਼ਤੇ ਪਹਿਲਾਂ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਵੀ ਸੀਗੇ ਤੇ ਉਹਨਾਂ ਨੇ ਸਾਡੀ ਇਹ ਸੁਣੀ ਵੀ ਸੀਗੀ ਬੇਨਤੀ। ਉਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਸੀ ਕਿ ਵੀ ਉੱਥੇ ਮਹਾਰਾਜ ਦੇ ਸਰੂਪ ਨੇ ਤੇ ਕੋਈ ਵੀ 19 ਕੋਈ ਸ਼ਰਾਰਤੀ ਅਨਸਰ ਕੋਈ ਵੀ 19 ਗੱਲ ਕਰ ਸਕਦਾ, ਇਸ ਕਰਕੇ ਉੱਥੇ ਰਾਤ ਨੂੰ 5-7 ਸਿੰਘਾਂ ਦਾ ਰਹਿਣਾ ਵੀ ਜ਼ਰੂਰੀ ਹੈ ਜੀ। ਜਿਵੇਂ ਕਿ ਹੁਣ ਆਪਾਂ ਦੇਖ ਹੀ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਬੇਅਦਬੀਆਂ ਜਿਹੜੀਆਂ ਲਗਾਤਾਰ ਘਟਨਾਵਾਂ ਆਪਾਂ ਵਾਪਰ ਰਹੀਆਂ ਨੇ, ਸੋ ਉਹਦੇ ਨਾਲ ਸੰਬੰਧਿਤ ਤਾਂ ਸਪੈਸ਼ਲੀ ਰਾਤ ਵਾਸਤੇ ਤਾਂ ਸ਼ੁਰੂਆਤ ਤੋਂ ਹੀ ਬੰਦਾ ਜਿਹੜਾ ਉੱਥੇ ਜ਼ਰੂਰੀ ਚਾਹੀਦਾ ਸੀ। ਬਿਲਕੁਲ ਜੀ, ਇਸੇ ਕਰਕੇ ਜਿਹੜਾ ਸੰਗਤ ਨੇ ਅੱਜ ਇਕੱਠੇ ਹੋ ਕੇ ਮੀਟਿੰਗ ਕਰਕੇ ਇਹੀ ਫੈਸਲਾ ਕੀਤਾ ਵੀ ਉੱਥੇ ਘੱਟ ਤੋਂ ਘੱਟ 10 ਸਿੰਘ ਆ ਜਿਹੜੇ ਹਰ ਟਾਈਮ ਉੱਥੇ ਰਹਿਣੇ ਚਾਹੀਦੇ ਆ। ਤੇ ਸੰਗਤ ਵੱਲੋਂ ਇਹ ਵੀ ਬੇਨਤੀ ਆ ਵੀ ਉਹ ਬਾਬੇ ਦੇ ਪਰਿਵਾਰ ਨੂੰ ਪ੍ਰੋਪਰ ਉਹ ਸੰਭਾਲਿਆ ਜਾਵੇ, ਕਿਉਂਕਿ 10 ਸਿੰਘਾਂ ਵਾਸਤੇ ਹੁਣ ਸੇਵਾ 'ਚ ਤਾਂ ਕੋਈ ਰਹੇਗਾ ਨਹੀਂ ਜੀ। ਜੇ 10 ਸਿੰਘ ਰੱਖਾਂਗੇ ਉਹਨਾਂ ਨੂੰ ਸੈਲਰੀ ਵੀ ਚਾਹੀਦੀ ਆ, ਕੋਈ ਸੈਲਰੀ ਕੌਣ, ਇਨਕਮ ਤਾਂ ਉੱਥੋਂ ਕੋਈ ਹੈ ਨਹੀਂ। ਵੀ ਸੰਗਤ ਵੱਲੋਂ ਇਹੀ ਆ ਮੰਗ ਆ ਵੀ ਉਹਨਾਂ ਦੇ ਪਰਿਵਾਰ ਨੂੰ ਸੰਭਾਲਿਆ ਜਾਵੇ ਉਹ, ਤਾਂ ਕਿ ਉਹ ਪ੍ਰੋਪਰ ਪਹਿਲਾਂ ਵੀ ਬੜੀ ਲੰਗਰ ਦੀ ਸੇਵਾ ਵਧੀਆ ਚੱਲਦੀ ਰਹੀ ਆ ਤੇ ਕਰਦੇ ਰਹੇ ਆ, ਤੇ ਹੁਣ ਵੀ ਉਹ ਆ ਕੇ ਲੰਗਰ ਦੀ ਸੇਵਾ ਤੇ ਦਰਬਾਰ ਸਾਹਿਬ ਦੀ ਸੇਵਾ ਕਰਨਾ। ਹਾਂਜੀ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਤਨਖਾਹ ਵਗੈਰਾ ਕੌਣ ਦੇਗਾ, ਜਾਣੀ ਕਿ ਜਿਹੜਾ ਹੁਣ ਆਪਣਾ ਵੀਰ ਸੇਵਾ ਕਰਦਾ ਉਹ ਵੀ ਫ੍ਰੀ 'ਚ ਹੀ ਸੇਵਾ ਕਰਦਾ ਉੱਥੇ? ਬਿਲਕੁਲ ਜੀ, ਸੇਵਾ ਕਰਦਾ ਜੀ। ਤੇ ਫਿਰ ਸਾਰੇ ਨਹੀਂ ਨਾ ਕਰ ਸਕਦੇ, ਉਸੇ ਕਰਕੇ ਉਹ ਪ੍ਰੋਪਰ ਪੂਰਾ ਦਿਨ ਨਹੀਂ ਨਾ ਲਾ ਸਕਦਾ ਜੀ। ਜੇ ਦੇਖੋ ਜੇ ਉਹਨੂੰ ਸੈਲਰੀ ਮਿਲੇ ਤਾਂ ਉਹ ਪ੍ਰੋਪਰ ਵੀ ਰਹਿ ਸਕਦਾ, ਪੂਰੇ 24 ਘੰਟੇ ਵੀ ਰਹਿ ਸਕਦਾ, ਪਰ ਉਹਨੂੰ ਆਪ ਆ ਕੇ ਦਿਨੇ ਆ ਕੇ ਆਪਣੀ ਨੌਕਰੀ ਕਰਨੀ ਪੈਂਦੀ ਆ। ਸਵੇਰੇ ਸ਼ਾਮ ਉਹ ਆਪਣੀ ਸੇਵਾ ਪੱਖੋਂ, ਆਪਣੀ ਆਸਥਾ ਪੱਖੋਂ, ਸਰਦਾ ਪੱਖੋਂ ਉੱਥੇ ਸੇਵਾ ਕਰਦਾ ਜੀ। ਹੋਰ ਵੀ ਕਈ ਸਿੰਘ ਜਾਂਦੇ ਆ ਜਿਹੜੇ ਆਸਥਾ ਪੱਖੋਂ ਸੇਵਾ ਕਰਕੇ ਆਉਂਦੇ ਆ, ਕਿਉਂਕਿ ਡੰਗਰ ਵੀ ਖੜੇ ਨੇ ਉੱਥੇ, ਡੰਗਰਾਂ ਨੂੰ ਕੱਖ ਕੰਡਾ ਵੀ ਉਹ ਸੇਵਾ 'ਚ ਹੀ ਪਾ ਕੇ ਆ ਰਿਹਾ ਪ੍ਰੋਪਰ। ਹੁਣ ਪੱਕਾ ਕੋਈ ਨਹੀਂ ਹੈਗਾ, ਕਿਸੇ ਟਾਈਮ 2 ਵਗ ਜਾਂਦੇ ਆ, 2 ਵਾਰੀ ਵੀ ਪਾਣੀ ਪਿਲਾਇਆ ਜਾਂਦਾ, ਕਿਸੇ ਟਾਈਮ 1 ਵਾਰੀ ਵੀ ਪਿਲਾਇਆ ਜਾਂਦਾ ਜੀ। ਅਸੀਂ ਵੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ, ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 20 ਰੁਪਏ ਦਾ ਚਲਾਇਆ ਹੋਇਆ ਲੰਗਰ ਆ ਜਿਹੜਾ ਲਗਾਤਾਰ ਉਸੇ ਤਰ੍ਹਾਂ ਚੱਲ ਰਿਹਾ। ਸੋ ਜਿਹੜੀ ਲੰਗਰ ਦੀ ਮਰਿਆਦਾ ਖਾਸ ਕਰਕੇ ਉਹ ਉਸੇ ਤਰ੍ਹਾਂ ਬਹਾਲ ਹੋਣੀ ਚਾਹੀਦੀ ਹੈ, ਔਰ ਉੱਥੇ ਜੋ ਪ੍ਰਸ਼ਾਸਨ, ਜਿਵੇਂ ਪ੍ਰਸ਼ਾਸਨ ਠੀਕ ਸਮਝਦਾ, ਚਾਹੇ ਕਿ ਸਿੰਘਾਂ ਦੀ ਡਿਊਟੀ ਲਾਈ ਜਾਵੇ, ਚਾਹੇ ਕਿ ਇਹ ਪ੍ਰਸ਼ਾਸਨ ਦਾ ਜਿਹੜਾ ਉਹਨਾਂ ਨੇ ਲੈਣਾ ਨਿਰਣਾ ਇਸ 'ਤੇ ਵੀ ਉਹਨਾਂ ਨੇ ਕੀ ਕਰਨਾ, ਕਿ ਬਾਬਾ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਪ੍ਰਬੰਧ ਦਿੰਦੇ ਨੇ। ਸੋ ਅਸੀਂ ਪ੍ਰਸ਼ਾਸਨ ਤੋਂ ਵੀ ਇਹ ਮੰਗ, ਮੈਂ ਸਪੈਸ਼ਲੀ ਇੱਕ ਸਿੱਖ ਹੋਣ ਦੇ ਨਾਤੇ ਮੰਗ ਕਰਦੇ ਹਾਂ, ਮੇਰਾ ਵੀ ਪਿੰਡ ਇਹੀ ਆ, ਸਾਡੀਆਂ ਵੀ ਭਾਵਨਾਵਾਂ ਜਿਹੜੀਆਂ ਉਸ ਦਰਬਾਰ ਸਾਹਿਬ ਨਾਲ, ਗੁਰੂ ਘਰ ਨਾਲ ਜੁੜੀਆਂ ਹੋਈਆਂ ਨੇ। ਕੋਈ ਪ੍ਰਬੰਧਕ ਜਿਹੜਾ ਮਾੜੀ ਮੋਟੀ 19 ਹੋ ਸਕਦੀ ਹੈ, ਪਰ ਜਿਹੜਾ ਦਰਬਾਰ ਸਾਹਿਬ ਆ, ਜਿਹੜਾ ਗੁਰਦੁਆਰਾ ਸਾਹਿਬ ਆ, ਉਹ ਇਤਿਹਾਸਿਕ ਸਥਾਨ ਆ, ਸੰਗਤਾਂ ਦੀਆਂ ਭਾਵਨਾਵਾਂ ਜਿਹੜੀਆਂ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੋਈਆਂ ਨੇ। ਸੋ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਜਿਵੇਂ ਕਿ ਪਹਿਲਾਂ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਸ ਤਰੀਕੇ ਨਾਲ ਚੱਲਦਾ ਸੀ, ਸੋ ਪ੍ਰਬੰਧ ਹੈ ਜਿਹੜਾ ਪ੍ਰੋਪਰ ਉਸੇ ਤਰੀਕੇ ਨਾਲ ਚਲਾਇਆ ਜਾ ਸਕੇ। ਆਪ ਸਭ ਹਾਂਜੀ ਹਾਂਜੀ ਵੀਰ ਜੀ। ਹਾਂਜੀ ਵੀਰ ਜੀ, ਤੁਸੀਂ ਵੀ ਪਹੁੰਚੇ ਹੋ ਤੇ ਕਿਸ ਸੰਬੰਧ ਨਾਲ ਇੱਥੇ ਜਿਹੜਾ ਇਕੱਠ ਹੋਇਆ ਸੀ ਅੱਜ? ਸਭ ਤੋਂ ਪਹਿਲਾਂ ਤਾਂ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਜੋ ਗੁਰੂ ਘਰ ਦੇ ਮਸਲੇ ਨੂੰ ਲੈ ਕੇ ਇੱਥੇ ਇਕੱਠ ਹੋਇਆ, ਉਹਦੇ ਵਿੱਚ ਆਲੇ ਦੁਆਲੇ ਦੇ ਜਿਹੜੇ 20-25 ਪਿੰਡ ਸੀ, ਉਹਨਾਂ ਸਾਰਿਆਂ ਤੋਂ ਜਿਹੜੇ ਮੋਤਬਰ ਬੰਦੇ ਸੀ ਉਹ ਆਏ ਨੇ। ਸੋ ਅਸੀਂ ਪ੍ਰਸ਼ਾਸਨ ਅੱਗੇ ਵੀਰ ਜੀ ਇਹ ਮੰਗ ਕਰਦੇ ਹਾਂ ਵੀ ਜੋ ਗੁਰੂ ਘਰ ਦੀ ਜਿਹੜੀ ਸੇਵਾ ਸੰਭਾਲ ਆ ਉਹ ਇਸ ਟਾਈਮ ਬੰਦ ਪਈ ਆ, ਕਿਉਂਕਿ ਜਿਹੜੇ ਇੱਥੋਂ ਰਾਹਗੀਰ ਲੰਘਦੇ ਸੀ ਉਹਨਾਂ ਲੰਗਰ ਪਾਣੀ ਉੱਥੋਂ ਗੁਰਦੁਆਰਾ ਸਾਹਿਬ ਤੋਂ ਛੱਕ ਕੇ ਜਾਂਦੇ ਸੀਗੇ।
ਜੋ ਹੁਣ ਬਿਲਕੁਲ ਬੰਦ ਹੋਇਆ ਪਿਆ ਹੈ। ਤੇ ਪ੍ਰਸ਼ਾਸਨ ਅੱਗੇ ਇਹ ਮੰਗ ਆ ਵੀ ਇੱਕ ਤਾਂ ਗੁਰੂ ਘਰ ਦਾ ਜਿਹੜਾ ਸਾਂਭ ਸੰਭਾਲ ਆ ਉਹਦੇ ਵਾਸਤੇ ਜਿਹੜੇ ਉੱਥੇ ਸਿੰਘ ਨੇ ਉਹਨਾਂ ਦਾ ਪ੍ਰਬੰਧ ਕੀਤਾ ਜਾਵੇ। ਤੇ ਇੱਕ ਜਿਹੜੀ ਇੱਥੇ ਸਾਡੀ ਹੁਣ ਕਮੇਟੀ ਵੀ ਬਣੀ ਆ, ਮੰਨ ਲਓ ਜਾਂ ਪਿੰਡ ਦੇ ਜਿਹੜੇ ਸਾਡੇ 20-25 ਪਿੰਡਾਂ ਦੇ ਮੈਂਬਰ ਜੁੜੇ ਆ, ਉਹ ਮੰਗ ਕਰਦੇ ਆ ਵੀ ਜਿਹੜਾ ਗੁਰੂ ਘਰ ਦਾ ਲੰਗਰ ਪ੍ਰਸ਼ਾਦਾ ਇੱਕ ਤਾਂ ਉਹ ਉੱਥੇ 24 ਘੰਟੇ ਉਹਦਾ ਜਿਹੜਾ ਹੈਗਾ ਖੁੱਲ੍ਹਣਾ ਚਾਹੀਦਾ। ਇੱਕ ਗੁਰੂ ਘਰ ਦੀ ਜਿਹੜੀ ਸਾਂਭ ਸੰਭਾਲ ਆ ਉਹਦੇ ਵਾਸਤੇ ਸਿੰਘਾਂ ਦਾ ਪ੍ਰਬੰਧ ਕਰਨਾ ਚਾਹੀਦਾ। ਇਸ ਕਰਕੇ ਅੱਜ ਸਾਡੇ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਇਕੱਠੇ ਹੋਏ ਸੀਗੇ। ਹਾਂਜੀ, ਜਿਵੇਂ ਜਸਵੀਰ ਸਿੰਘ ਵੀਰ ਜੀ ਦੱਸ ਰਹੇ ਸੀ ਵੀ ਐਤਵਾਰ ਨੂੰ ਵੀ ਜਿਹੜੀ ਸੰਗਤ ਉੱਥੇ ਆ ਕੇ, ਕਿਉਂਕਿ ਸਾਂਝ ਸਵੇਰ ਹੀ ਜਿਹੜਾ ਨਿਤਨੇਮ ਕੀਤਾ ਜਾਂਦਾ, ਦਿਨੇ ਉੱਥੇ ਜਿੰਦਰਾ ਲੱਗਿਆ ਹੁੰਦਾ ਤੇ ਸੰਗਤ ਖੱਜਲ ਖੁਆਰ ਹੁੰਦੀ ਆ ਕੇ ਬਿਨਾਂ ਕਿਸੇ ਮਤਲਬ ਆਓ ਭਗਤ ਤੋਂ ਉੱਥੋਂ ਮੁੜਦੀ ਆ। ਹਾਲਾਂਕਿ ਜਿਹੜਾ ਗੁਰੂ ਘਰਾਂ ਦਾ ਇਸ ਤਰ੍ਹਾਂ ਦਾ ਸਿਸਟਮ ਗੁਰੂ ਸਾਹਿਬ ਨੇ ਆਪਾਂ ਨੂੰ ਨਹੀਂ ਸਿਖਾਇਆ ਕਿ ਉਹਨਾਂ ਨੂੰ ਆਓ ਭਗਤ ਕਰਨੀ, ਚਾਹ ਪਾਣੀ ਲੰਗਰ ਦਾ ਪ੍ਰਸ਼ਾਦੇ ਦਾ ਜਿਹੜਾ ਪ੍ਰਬੰਧ ਆ ਬੰਦ ਹੋਣ ਕਰਕੇ ਸੰਗਤ ਖੱਜਲ ਖੁਆਰ ਹੁੰਦੀ ਆ ਉੱਥੇ। ਸਭ ਤੋਂ ਪਹਿਲਾਂ ਵੀਰ ਜੀ ਗੱਲ ਤਾਂ ਇਹ ਹੈ ਵੀ ਆਲੇ ਦੁਆਲੇ ਤੋਂ ਸਾਡੇ ਪਿੰਡਾਂ ਤੋਂ ਤਾਂ ਬਹੁਤ ਜ਼ਿਆਦਾ ਜਿਹੜੇ ਲੋਕ ਉੱਥੇ ਆਪਣੇ ਸੰਗਤ ਜਾਂਦੀ ਆ ਤੇ ਜਿਹੜੇ ਦੂਰ ਦਰਾਡੇ ਤੋਂ ਲੋਕ ਆਉਂਦੇ ਆ ਉਹ ਵੀ ਆਉਂਦੇ ਆ। ਹੁਣ ਚਲੋ ਬੱਸਾਂ ਬੰਦ ਨੇ, ਹੁਣ ਲੋਕ ਆਪਣੀਆਂ ਸਾਧਨਾਂ ਤੇ ਆ ਰਹੇ ਆ, ਨਹੀਂ ਤਾਂ ਪਿੱਛੇ ਲੋਕ ਸਾਰੇ ਬੱਸਾਂ ਤੇ ਆਉਂਦੇ ਸੀਗੇ, ਗੁਰੂ ਘਰ ਉੱਥੇ ਦਰਸ਼ਨ ਦਿਦਾਰੇ ਕਰਦੇ ਸੀ ਕਿਉਂਕਿ 6ਵੀਂ ਪਾਤਸ਼ਾਹੀ ਤੇ 9ਵੀਂ ਪਾਤਸ਼ਾਹੀ ਨਾਲ ਗੁਰੂ ਘਰ ਇਹ ਸੰਬੰਧਿਤ ਆ। ਸੋ ਉੱਥੇ ਆਉਣ ਦੇ ਲੋਕ ਜਿਹੜੇ ਆਉਂਦੇ ਆ, ਹੁਣ ਉੱਥੇ ਤਾਂ ਹੁਣ ਨਾ ਤਾਂ ਕੋਈ ਲੰਗਰ ਦੀ ਪ੍ਰਬੰਧ ਆ ਜੀ ਉੱਥੇ, ਤੇ ਉਹਨਾਂ ਕਰਕੇ ਜਿਹੜੀ ਸੰਗਤ ਆਉਂਦੀ ਆ ਉਹ ਵਿਚਾਰੀ ਆਪਣੇ ਕਈ ਵਾਰੀ ਤਾਂ ਹੁਣ ਪਿੱਛੇ ਥੋੜ੍ਹਾ ਟਾਈਮ ਤੱਕ ਗੁਰੂ ਘਰ ਬੰਦ ਹੀ ਰਿਹਾ, ਉਹ ਪਤਾ ਨਹੀਂ ਅੱਜ ਖੁੱਲ੍ਹਾ ਕਿ ਨਹੀਂ ਖੁੱਲ੍ਹਾ ਜੀ, ਕਿਉਂਕਿ ਜਿਹੜਾ ਐਤਵਾਰ ਜਿਹੜਾ ਦਿਨ ਆਉਂਦਾ ਇਹ ਗੁਰੂ ਘਰ ਦੇ ਨਾਲ ਸੰਬੰਧਿਤ ਆ ਜੀ। ਕਿਉਂਕਿ ਇੱਥੇ ਐਤਵਾਰ ਨੂੰ ਆਏ, ਐਤਵਾਰ ਨੂੰ ਸੰਗਤ ਆਉਂਦੀ ਸੀ ਤੇ ਆਪਣੀ ਜਿਹੜੀ ਉਹਨਾਂ ਦੀ ਮਨੋਕਾਮਨਾ ਸੀਗੀਆਂ ਉਹ ਉਹਨਾਂ ਦੀਆਂ ਪੂਰੀਆਂ ਵੀ ਹੁੰਦੀਆਂ ਗੁਰੂ ਘਰ ਤੋਂ। ਮੇਰੇ ਆਲੇ ਦੁਆਲੇ ਦੇ ਜਿਹੜੇ ਬੱਚੇ ਇੱਥੇ ਗੁਰੂ ਘਰ ਆਉਂਦੇ ਸੀਗੇ, ਉਹ ਅੱਜ ਬਹੁਤ ਸਾਰੇ ਬੱਚੇ ਬਾਹਰ ਚਲੇ ਗਏ, ਕੋਈ ਕੈਨੇਡਾ ਗਿਆ, ਕੋਈ ਅਮਰੀਕਾ ਗਿਆ, ਉਹ ਗੁਰੂ ਘਰ ਇੱਥੇ ਸੇਵਾ ਕਰਦੇ ਰਹੇ ਨੇ ਤੇ ਅੱਜ ਉਹ ਬਾਹਰ ਜਿਹੜੇ ਨੇ ਉਹ ਆਪਣੇ ਬੱਚੇ ਪੜ੍ਹਨ ਲਿਖਣ ਵਾਸਤੇ ਗਏ ਨੇ। ਲੋਕਾਂ ਦੀਆਂ ਮਨੋਕਾਮਨਾ ਵੀ ਪੂਰਾ ਹੋਈਆਂ ਨੇ। ਸੋ ਨਵੇਂ ਐਸਐਸਪੀ ਸਾਹਿਬ ਆਏ ਨੇ, ਅਸੀਂ ਉਹਨਾਂ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਇਸ ਗੁਰੂ ਘਰ ਦਾ ਜਿਹੜਾ ਪ੍ਰਬੰਧ ਹੈ ਉਹ ਵਧੀਆ ਸੁਚਾਰੂ ਹੱਥਾਂ 'ਚ ਦਿੱਤਾ ਜਾਵੇ ਤਾਂ ਜੋ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਉਹ ਜਿਹੜੀ ਪੂਰਨ ਤੌਰ 'ਤੇ ਬਹਾਲ ਹੋਵੇ। ਵੀਰ ਜੀ, ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੀ ਹੈ ਹੁਣ ਜਿਹੜੀ ਸੰਗਤ ਉਰੇ ਇਕੱਠੀ ਹੋਈ ਸੀ? ਜਿਵੇਂ ਜਸਵੀਰ ਸਿੰਘ ਜੀ ਨੇ ਦੱਸਿਆ ਵੀ ਪ੍ਰਸ਼ਾਸਨ ਤੋਂ ਕੀ ਮੰਗ ਆ ਤੁਹਾਡੀ? ਪ੍ਰਸ਼ਾਸਨ ਤੋਂ ਤਾਂ ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਕਿਹਾ ਜਿਵੇਂ ਹੁਣ ਮਾਨਯੋਗ ਐਸਐਸਪੀ ਸਾਹਿਬ ਆਏ ਆ, ਉਹ ਨਵੇਂ ਆਏ ਨੇ ਤੇ ਉਹਨਾਂ ਨੂੰ ਜਿਹੜੇ ਅਸੀਂ ਕੱਲ੍ਹ ਨੂੰ ਮਿਲਾਂਗੇ ਵੀ, ਤੇ ਉਹਨਾਂ ਅੱਗੇ ਸਾਡੀ ਇਹੀ ਮੰਗ ਆ ਵੀ ਜਿਹੜੇ ਗੁਰੂ ਘਰ ਦਾ ਜਿਹੜਾ ਸੁਚਾਰੂ ਪ੍ਰਬੰਧ ਆ, ਜਿਹੜਾ ਲੰਗਰ ਆ, ਹੁਣ ਜਿਹੜੇ ਇੱਥੋਂ ਰਸਤੇ 'ਚੋਂ ਟਰੱਕ ਵੀ ਲੰਘਦੇ ਆ, ਹੋਰ ਜਿਹੜੇ ਰਾਹਗੀਰ ਆਉਂਦੇ ਆ ਗੁਰੂ ਘਰ 'ਚ ਮੱਥਾ ਟੇਕਣ ਵੀ ਜਾਂਦੇ ਨੇ, ਉੱਥੇ ਉਹਨਾਂ ਦਾ ਇੱਕ ਤਾਂ ਲੰਗਰ ਦਾ ਪ੍ਰਬੰਧ ਨਹੀਂ ਹੈਗਾ ਬਿਲਕੁਲ ਵੀ। ਕਿਉਂਕਿ ਜਦੋਂ ਪਹਿਲਾਂ ਬਾਬਾ ਜੀ ਹੈਗੇ ਸੀਗੇ ਉਰੇ ਤਾਂ ਲੰਗਰ ਦਾ ਪ੍ਰਬੰਧ ਬਿਲਕੁਲ ਸੁਚਾਰੂ ਰੂਪ ਦੇ 24 ਘੰਟੇ ਚੱਲਦਾ ਸੀਗਾ। ਇੱਕ ਤਾਂ ਲੰਗਰ ਦਾ ਪ੍ਰਬੰਧ ਨਾ ਹੋਣ ਕਰਕੇ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਖਾਮੋਸ਼ੀ ਆ, ਕਿਉਂਕਿ ਉਹ ਖੱਜਲ ਖੁਆਰੀ ਹੁੰਦੀ ਆ। ਤੇ ਇੱਕ ਅਸੀਂ ਮੰਗ ਕਰਾਂਗੇ ਵੀ ਜਿਹੜੇ ਗੁਰੂ ਘਰ ਜਿਹੜਾ ਇੱਕ ਪਾਠੀ ਸਿੰਘ ਹੈਗਾ ਜੀ ਉੱਥੇ, ਉਹ ਨਿਤਨੇਮ ਵਿਚਾਰਾ ਸਵੇਰੇ ਸ਼ਾਮ ਕਰ ਲੈਂਦਾ, ਮੁੜ ਕੇ ਤਾਂ ਦੇਖੋ ਗੁਰੂ ਘਰ ਨੂੰ ਕੋਈ ਨਹੀਂ ਸਾਂਭਦਾ ਹੈਗਾ। ਅਸੀਂ ਮੰਗ ਕਰਾਂਗੇ ਵੀ ਜਿਹੜਾ ਗੁਰੂ ਘਰ ਦਾ ਜਿਹੜਾ ਮਰਿਆਦਾ ਉਹਨੂੰ ਸਾਂਭਣ ਵਾਸਤੇ ਉੱਥੇ ਸਿੰਘਾਂ ਦਾ ਪ੍ਰਬੰਧ ਹੋਵੇ, ਜਾਂ ਬਲਵੇੜੇ ਦੇ ਜਿਹੜੇ ਗੁਰੂ ਘਰ ਆ ਇਹਨਾਂ ਦੇ ਜਿਹੜੇ ਬਾਬਾ ਜੀ ਨੇ ਇਹਨਾਂ ਨੂੰ ਪ੍ਰਬੰਧ ਸੰਭਾਲ ਲਿਆ ਜਾਵੇ। ਇਹ ਸੰਭਾਲ ਲੈਣ ਜਦੋਂ ਤੱਕ ਬਾਬਾ ਜੀ ਦਾ ਚਲੋ ਨਹੀਂ ਆਉਂਦੇ, ਹੈ ਨਾ ਜੀ। ਇਹ ਮੰਗਾਂ ਅਸੀਂ ਉਹਨਾਂ ਕੋਲ ਰੱਖਾਂਗੇ ਵੀ ਤਾਂ ਜੋ ਜਿਹੜਾ ਗੁਰੂ ਘਰ ਦੀ ਜਿਹੜੀ ਮਰਿਆਦਾ ਉਹ ਪੂਰਨ ਤੌਰ ਤੇ ਬਹਾਲ ਹੋ ਸਕੇ। ਇੱਕ ਹੋਰ ਮੈਂ ਜਿਹੜਾ ਮੇਨ ਜਿਹੜਾ ਕੁਐਸਚਨ ਆ ਉਹ ਇਹ ਆ ਕਿ ਰਾਤ ਨੂੰ ਜਿਸ ਤਰੀਕੇ ਨਾਲ ਬੇਅਦਬੀ ਦੀਆਂ ਘਟਨਾ ਲਗਾਤਾਰ ਆਪਾਂ ਦੇਖਦੇ ਹਾਂ ਸਾਹਮਣੇ ਆਉਂਦੀਆਂ ਨੇ, ਸੋ ਰਾਤ ਨੂੰ ਜਿਹੜਾ ਉੱਥੇ ਕੋਈ ਵੀ ਸਿੰਘ ਦਾ ਨਾ ਹੋਣਾ, ਇਹ ਚੀਜ਼ ਤਾਂ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਖੜੀ ਕਰ ਸਕਦੀ ਆ। ਦੇਖੋ ਜੀ, ਆਪਾਂ ਪਹਿਲਾਂ ਦੇਖੇ ਹੀ ਨੇ ਵੀ 2014 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਬੇਅਦਬੀਆਂ ਗੁਰੂ ਸਾਹਿਬ ਮਹਾਰਾਜ ਦੀਆਂ ਹੁੰਦੀਆਂ ਰਹੀਆਂ ਨੇ, ਹੁਣ ਵੀ ਹੋ ਰਹੀਆਂ ਨੇ। ਸੋ ਬੇਨਤੀ ਇਹ ਹੈ ਵੀ ਹੁਣ ਤਾਂ ਉੱਥੇ ਚਲੋ ਕੋਈ ਸਿੰਘ ਹੈ ਹੀ ਨਹੀਂਗਾ, ਤੇ ਉੱਥੇ ਜੇ ਕੋਈ ਵੀ ਇਹੋ ਜਿਹੀ ਦੁਰਘਟਨਾ ਵਾਪਰਦੀ ਆ ਤਾਂ ਸਿੱਖਾਂ ਦਾ ਇੱਥੇ ਮਾਹੌਲ ਵੀ ਖਰਾਬ ਹੋ ਸਕਦਾ। ਕਿਉਂਕਿ ਜਦੋਂ ਮਾਹੌਲ ਖਰਾਬ ਹੁੰਦਾ ਤੁਹਾਨੂੰ ਪਤਾ ਹੀ ਆ ਵੀ ਸ਼ਰਾਰਤੀ ਅਨਸਰ ਆਉਂਦੇ ਆ, ਉਹ ਇਹੋ ਜਿਹਾ ਕੰਮ ਕਰਕੇ ਚਲੇ ਜਾਂਦੇ, ਤਾਂ ਫਿਰ ਬਾਅਦ ਦੇ ਵਿੱਚੋਂ ਝੜਪ ਜਿਹੜੀ ਹੈਗੀ ਉਹ ਸਿੰਘਾਂ ਦੀ ਜਾਂ ਜਿਹੜੇ ਕੋਈ ਸ਼ਰਾਰਤੀ ਅਨਸਰ ਉਹਨਾਂ ਦੇ ਵਿੱਚ ਹੋ ਜਾਂਦੀ ਹੈ, ਉੱਥੇ ਜਾਨੀ ਮਾਲੀ ਨੁਕਸਾਨ ਵੀ ਹੁੰਦਾ। ਸੋ ਪ੍ਰਸ਼ਾਸਨ ਨੂੰ, ਮਾਣਯੋਗ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਵੀ ਇਹਦੇ ਬਾਰੇ ਤੁਸੀਂ ਜਿਹੜਾ ਹੈਗਾ ਪੂਰਨ ਤੌਰ 'ਤੇ ਧਿਆਨ ਤੁਹਾਡਾ ਦੇਵੋ ਤੁਸੀਂ ਇੱਧਰ, ਵੀ ਇੱਥੋਂ ਦਾ ਜਿਹੜਾ ਗੁਰਦੁਆਰਾ ਸਾਹਿਬ ਦਾ ਆਪਣਾ ਸੇਵਾ ਸੰਭਾਲ ਆ ਇਹਦੇ ਵੱਲ ਪੂਰੀ ਧਿਆਨ ਰੱਖਿਆ ਜਾਵੇ, ਅਤੇ ਸਿੰਘਾਂ ਨੂੰ ਉੱਥੇ 5-4 ਸਿੰਘਾਂ ਦੀ ਡਿਊਟੀ ਲਾਈ ਜਾਵੇ ਤਾਂ ਜੋ ਗੁਰੂ ਘਰ ਦੇ ਉੱਥੇ ਦੇਖ ਰੇਖ ਕੀਤੀ ਜਾਵੇ ਜੀ। ਇਹ ਸੀਗੇ ਪਿੰਡ ਦੇ ਪਤਵੰਤੇ ਸੱਜਣ ਜਿਨ੍ਹਾਂ ਨੇ ਇਕੱਠੇ ਹੋ ਕੇ ਅੱਜ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਹੈ ਕਿ ਗੁਰਦੁਆਰਾ ਖਿਚੜੀ ਸਾਹਿਬ ਦਾ ਪ੍ਰਬੰਧ ਆ ਜਿਹੜਾ ਉਹ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਆਪ ਸੰਗਤਾਂ ਸਭ ਜਿਹੜੀਆਂ ਇਸ ਸਮੇਂ ਜੁੜੀਆਂ, ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।